ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਥਿੱਤੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਆਪ ਜੀ ਸਰਵਣ ਕਰ ਰਹੇ ਹੋ। ਥਿੱਤੀ ਬਾਣੀ ਵਿੱਚ 15 ਤੱਥਾਂ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। 12 ਤੱਥਾਂ ਦੁਆਰਾ ਉਪਦੇਸ਼ ਆਪ ਜੀ ਨੇ ਪਿੱਛੇ ਸਰਵਣ ਕਰ ਲਿਆ। 13 ਦੁਆਰਾ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰਸ ਤਰਵਰ ਸਮੁੰਦ ਕਿਨਾਰਾ। 13 ਦੁਆਰਾ ਉਪਦੇਸ਼ ਦਿੰਦੇ ਨੇ। ਕਹਿੰਦੇ ਸੱਜਣਾ ਤੇਰੀ ਹੋਂਦ ਕਿੰਨੀ ਕੁ ਹੈ। ਇਹ ਬੰਦਾ ਉਦਾਂ ਹੀ ਮਾਣ ਕਰੀ ਫਿਰਦਾ ਵੀ ਮੈਂ ਬੜਾ ਲੰਮੇ ਸਮੇਂ ਤੱਕ ਇਸ ਸੰਸਾਰ 'ਚ ਰਹਿਣਾ। ਪਾਤਸ਼ਾਹ ਕਹਿੰਦੇ 13 ਦੁਆਰਾ ਇਸ ਗੱਲ ਨੂੰ ਜਾਣ ਕਿ ਜਿਵੇਂ ਸਮੁੰਦਰ ਦੇ ਕੰਢੇ ਤੇ ਇੱਕ ਦਰਖਤ ਦੀ ਕਿੰਨੀ ਕੁ ਮਨਿਆਦ ਹੁੰਦੀ ਹੈ। ਸਮੁੰਦਰ ਕੰਢੇ ਕੋਈ ਦਰਖਤ ਹੋਵੇ ਉਹਦੀ ਮਨਿਆਦ ਕਿੰਨੀ ਕੁ ਹੈ। ਘੜੀ ਪਲ ਨੂੰ ਪਤਾ ਨਹੀਂ ਕਿਹੜੇ ਵੇਲੇ ਸਮੁੰਦਰ ਆਪਣੇ ਲਪੇਟੇ ਵਿੱਚ ਉਹਨੂੰ ਲੈ ਲਵੇ, ਖਤਮ ਕਰ ਦੇਵੇ, ਰੋੜ ਕੇ ਲੈ ਜਾਏ। ਕਹਿੰਦੇ ਬੰਦਿਆ ਤੇਰੀ ਹੋਂਦ ਵੀ ਇੰਨੀ ਕੁ ਹੈ। ਸਮੁੰਦਰ ਦੇ ਕੰਢੇ ਦਰਖਤ ਵਾਂਗੂ ਖੜਾ। ਕਾਲ ਰੂਪੀ ਸਮੁੰਦਰ ਹੈ, ਬੜੀਆਂ ਛੱਲਾਂ ਦੇ ਨਾਲ ਉਛਲਦਾ ਹੈ। ਕਿਹੜੇ ਵੇਲੇ ਉਹ ਕਾਲ ਰੂਪੀ ਸਮੁੰਦਰ ਆਪਣੀ ਵੱਡੀ ਛੱਲ ਨਾਲ ਤੈਨੂੰ ਰੋੜ ਕੇ ਲੈ ਜਾਏ ਦਾ ਕੋਈ ਪਤਾ ਨਹੀਂ। ਸਾਹਿਬ ਕਹਿੰਦੇ ਭਾਦਰੋਂ ਦੀਆਂ ਉਗੀਆਂ ਹੋਈਆਂ ਖੁੰਭਾਂ ਦੀ ਕੋਈ ਮਨਿਆਦ ਹੁੰਦੀ ਹੈ। ਜੈਸੇ ਭਾਦੋਂ ਖੂੰਭ ਰਾਜ ਹੋ। ਭਾਦਰੋਂ ਦੇ ਮਹੀਨੇ 'ਚ ਖੁੰਭਾਂ ਨਿਕਲ ਆਉਂਦੀਆਂ ਨਾ ਰੂੜੀਆਂ ਤੇ। ਕਹਿੰਦੇ ਉਹਨਾਂ ਦੀ ਤਾਂ ਕੋਈ ਮਾੜੀ ਮੋਟੀ ਮਨਿਆਦ ਹੁੰਦੀ ਹੈ ਵੀ 1-2 ਦਿਨ ਉਹ ਰਹਿ ਜਾਂਦੀਆਂ ਨੇ, ਪਰ ਤੂੰ ਤਿਸ ਤੇ ਖਰੀ ਉਤਾਵਲੀ। ਤੂੰ ਤੇ ਉਹਦੇ ਨਾਲੋਂ ਵੀ ਘੱਟ ਮਨਿਆਦ ਵਾਲੀਆਂ, ਉਹਦੇ ਤੋਂ ਵੀ ਪਹਿਲਾਂ ਚਲੀ ਜਾਣ ਵਾਲੀਆਂ ਜੀਵ ਰੂਪੀ ਇਸਤਰੀਏ ਕਾਹਦਾ ਹੰਕਾਰ ਕਰਦੀ ਤੂੰ। ਕਾਹੇ ਗਰਬਹਿ ਬਾਵਲੀ। ਹੇ ਬਾਵਲੀ, ਹੇ ਬੌਰੀ, ਤੂੰ ਕਾਹਦਾ ਹੰਕਾਰ ਕਰਦੀ ਹੈ। ਕਾਹਦੀ ਹੈਂਕੜ, ਕਾਹਦੀ ਹਉਮੈ। ਇਹ ਝੂਠਾ ਮਾਣ, ਝੂਠਾ ਹੰਕਾਰ ਤੂੰ ਆਪਣੇ ਹਿਰਦੇ 'ਚ ਚੁੱਕੀ ਫਿਰਦਾ। ਗਹਿਰੀ ਕਰਕੇ ਨੀਮ ਖੁਦਾਏ, ਉਪਰ ਮੰਡਪ ਛਾਏ। ਮਾਰ ਕੰਡੇ ਤਿਹ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ। ਤੂੰ ਕਾਹਦਾ ਮਾਣ ਕਰਦਾ, ਕਾਹਦਾ ਹੰਕਾਰ। ਤੇਰੀ ਕਿੰਨੀ ਕੁ ਅਵਧੀ ਹੈ, ਕਿੰਨੀ ਕੁ ਹੱਦ ਹੈ। ਜੈਸੇ ਜਲ ਤੇ ਬੁਦਬੁਦਾ, ਉਪਜੈ ਬਿਨਸਾ ਨੀਤ। ਤੇਰੀ ਹਾਲਤ ਇਹੋ ਜੀ ਹੈ ਪਾਣੀ ਦੇ ਬੁਦਬੁਦੇ ਦੇ ਸਮਾਨ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਇਹਦਾ ਮਾਣ ਕਰਦਾ, ਇਹਦਾ ਹੰਕਾਰ ਕਰਦਾ। ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਹੈ ਕਿ ਜਿਵੇਂ ਸਮੁੰਦਰ ਦੇ ਕੰਢੇ ਕੋਈ ਦਰਖਤ ਖੜਾ, ਤਰਵਰ ਸਮੁੰਦ ਕਿਨਾਰਾ ਹੈ। ਤਰਵਰ ਕਹਿੰਦੇ ਆ ਦਰਖਤ ਨੂੰ, ਸਮੁੰਦ ਕਹਿੰਦੇ ਆ ਸਮੁੰਦਰ ਨੂੰ। ਉਹਦੇ ਕਿਨਾਰੇ ਤੇ ਖੜਿਆ ਕੋਈ ਦਰਖਤ, ਉਹਦੀ ਹੱਦ ਹੈ। ਹੇ ਪ੍ਰਾਣੀ ਤੇਰੀ ਵੀ ਇੰਨੀ ਕੁ ਅਵਧੀ ਹੈ, ਇੰਨੀ ਕੁ ਹੱਦ ਹੈ। ਅੰਮ੍ਰਿਤ ਮੂਲ ਸਿਖਰ ਲਿਵਤਾਰ। ਸੱਜਣਾ ਜਿਹੜਾ ਤੇਰਾ ਮੂਲ ਹੈ ਉਹ ਹੈ ਅੰਮ੍ਰਿਤ। ਉਹਦੀ ਕਦੇ ਮੌਤ ਨਹੀਂ ਹੁੰਦੀ। ਤੇਰਾ ਮੂਲ ਉਹ ਹੈ। ਆਪਾਂ ਮੂਲ ਸਮਝੀ ਬੈਠੇ, ਆਪਣੇ ਸਰੀਰ ਨੂੰ ਆਪਣਾ ਮੂਲ ਸਮਝੀ ਬੈਠੇ। ਸਾਡਾ ਮੂਲ ਨਹੀਂ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਮੂਲ ਹੈ।
ਜੋਤ ਸਵਰੂਪ, ਜਿਹਨੂੰ ਅੰਮ੍ਰਿਤ ਕਿਹਾ ਸਤਿਗੁਰਾਂ ਇੱਥੇ। ਪਾਤਸ਼ਾਹ ਕਹਿੰਦੇ ਉਸ ਅੰਮ੍ਰਿਤ ਮੂਲ ਨੂੰ ਬੁੱਝ, ਉਹ ਸਿਖਰ ਹੈ ਤੇਰਾ ਪਰੇ ਸਿਖਰ, ਉਹਦੇ ਨਾਲ ਲਿਵ ਲਾ, ਉਹੀ ਤੈਨੂੰ ਤਾਰੇਗਾ। ਲਿਵ ਤਾਰ ਹੈ, ਉਹਦੇ ਨਾਲ ਜਦੋਂ ਆਪਣਾ ਧਿਆਨ ਜੋੜੇਗਾ ਅੰਮ੍ਰਿਤ ਨਾਲ, ਆਪਣੀ ਆਤਮਾ ਨਾਲ ਜਦੋਂ ਆਪਣਾ ਚਿੱਤ ਜੋੜੇਗਾ, ਉਹਦੇ ਨਾਲ ਲਾਈ ਹੋਈ ਲਿਵ ਜਿਹੜੀ ਹੈ ਉਹ ਤੈਨੂੰ ਤਾਰੇਗੀ। ਡਰ ਡਰ ਮਰੈ ਨਾ ਬੁੱਢੈ ਕੋਏ। ਡਰ ਡਰ ਮਰੈ, ਜਿਹੜੇ ਆਪਣੇ ਹਿਰਦੇ 'ਚ ਪਰਮੇਸ਼ਰ ਦਾ ਭੈ ਰੱਖ ਕੇ ਆਪਣੇ ਅੰਦਰੋਂ ਜੀਵਤ ਭਾਵ ਨੂੰ ਮਾਰ ਲੈਂਦੇ ਐ, ਜਿਹੜੇ ਆਪਣੇ ਅੰਦਰ ਪਰਮੇਸ਼ਰ ਦਾ ਡਰ ਰੱਖ ਕੇ ਮਰ ਜਾਂਦੇ ਐ, ਯਾਨੀ ਕਿ ਅਕਾਲ ਪੁਰਖ ਦੇ ਭੈ 'ਚ ਮਰ ਜਾਣਾ। ਇੱਕ ਹੁੰਦਾ ਦੁਨੀਆ ਦੇ ਭੈ 'ਚ ਮਰ ਜਾਣਾ, ਉਹ ਰੋਜ਼ ਹੀ ਮਰਨਾ ਪੈਂਦਾ। ਜਦੋਂ ਦੁਨੀਆ ਦੀ ਪੈਦਾਰੀ ਦੀ ਬਿਰਤੀ ਰੱਖੀਏ, ਛਿਨ ਛਿਨ ਮਰਨਾ ਪੈਂਦਾ, ਪਲ ਪਲ ਮਰਨਾ ਪੈਂਦਾ। ਪਰਮੇਸ਼ਰ ਦੇ ਭੈ ਵਿੱਚ ਇੱਕੋ ਵੇਰੀ ਮਰਨਾ ਪੈਂਦਾ। ਜਿਹੜਾ ਪਰਮੇਸ਼ਰ ਦੇ ਭੈ 'ਚ ਮਰ ਜਾਂਦਾ, ਮਹਾਰਾਜ ਜੀ ਕਹਿੰਦੇ ਨਾ ਬੁੱਢਾ ਕੋਏ, ਫਿਰ ਉਹ ਡੁੱਬਦਾ ਨਹੀਂ ਹੁੰਦਾ। ਬੁੱਢਾ ਕਹਿੰਦੇ ਨੇ ਡੁੱਬਣ ਨੂੰ, ਫਿਰ ਉਹ ਡੁੱਬਦਾ ਨਹੀਂ ਹੈ। ਉਹ ਇਹ ਸੰਸਾਰ ਤੋਂ, ਇਸ ਭਾਵ ਸਾਗਰ ਤੋਂ ਪਾਰ ਉਤਰ ਜਾਂਦਾ, ਤਰ ਜਾਂਦਾ ਹੈ, ਜਿਹੜਾ ਪਰਮੇਸ਼ਰ ਦੇ ਭੈ 'ਚ ਮਰੇ, ਅਕਾਲ ਪੁਰਖ ਦੇ ਭੈ 'ਚ ਮਰੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪਰਮੇਸ਼ਰ ਦੇ ਭੈ ਵਿੱਚ ਮਰੇ ਹੈ, ਕਲਗੀਧਰ ਦੇ ਭੈ ਵਿੱਚ। ਉਹਨਾਂ ਨੂੰ ਜ਼ਕਰੀਏ ਦਾ ਭੈ ਨਹੀਂ ਸੀ, ਜ਼ਕਰੀਆ ਨਹੀਂ ਡਰਾ ਸਕਿਆ ਉਹਨਾਂ ਨੂੰ। ਉਹ ਆਪਣੇ ਮਾਲਕ ਦੇ ਭੈ ਵਿੱਚ ਡਰ ਕੇ ਆਪਣਾ ਸਰੀਰ ਤਿਆਗਿਆ। ਉਹਨਾਂ ਆਖਿਆ ਸਾਡਾ ਕਲਗੀਆਂ ਵਾਲਾ ਪਾਤਸ਼ਾਹ ਨਾ ਰੁੱਸੇ। ਉਧਰ ਡਰ ਸੀ ਕਿਤੇ ਮੇਰੇ ਸਤਿਗੁਰੂ ਜੀ ਨਾ ਸਾਡੇ ਤੋਂ ਰੁੱਸ ਜਾਣ, ਇਹ ਡਰ ਸੀ। ਇਸ ਡਰ ਦੇ ਵਿੱਚ ਆਪਣੇ ਤਨ ਦੀ ਆਹੂਤੀ ਦੇ ਦਿੱਤੀ, ਸ਼ਹੀਦੀ ਪ੍ਰਾਪਤ ਕਰ ਲਈ। ਜਿਹੜੇ ਪਰਮੇਸ਼ਰ ਦੇ ਭੈ ਵਿੱਚ ਮਰਨਾ ਜਾਣਦੇ ਨੇ, ਉਹ ਫਿਰ ਡੁੱਬਦੇ ਨਹੀਂ ਹਨ, ਉਹ ਤਰ ਜਾਂਦੇ ਹਨ। ਨਿਡਰ ਬੂੜ ਮਰੈ ਪਤ ਖੋਏ। ਜਿਹੜੇ ਨਿਡਰੇ ਨਹੀਂ ਹੁੰਦੇ, ਨਿਡਰੇ ਦਾ ਮਤਲਬ ਜਿਨ੍ਹਾਂ ਨੂੰ ਕੋਈ ਰੱਬ ਦਾ ਖੌਫ ਨਹੀਂ, ਭੈ ਨਹੀਂ, ਜਿਹੜੇ ਆਪ ਹੁਦਰੀਆਂ ਕਰਦੇ, ਮਨ ਮਰਜ਼ੀਆਂ ਕਰਦੇ, ਆਪ ਆਪਣੀ ਮਨ ਮਰਜ਼ੀ ਨਾਲ ਭੈੜੇ ਮਾੜੇ ਕਰਮਾਂ ਵਿੱਚ ਪ੍ਰਵਿਰਤ ਹੁੰਦੇ, ਇਹੋ ਜਿਹੇ ਜਿਹੜੇ ਨਿਡਰੇ ਜੇ ਲੋਕ ਹੁੰਦੇ, ਨਿਡਰੇ ਜਿਨ੍ਹਾਂ ਨੂੰ ਗੁਰੂ ਦਾ ਕੋਈ ਭੈ ਨਹੀਂ, ਸਤਿਗੁਰਾਂ ਦਾ ਕੋਈ ਡਰ ਨਹੀਂ, ਪਰਮੇਸ਼ਰ ਦਾ ਕੋਈ ਭੈ ਨਹੀਂ, ਉਹ ਨਿਡਰੇ ਬੜੇ ਮਿਲਣਗੇ ਤੁਹਾਨੂੰ ਸਮਾਜ 'ਚ, ਭਰਿਆ ਫਿਰਦਾ ਸਮਾਜ। ਨਿਡਰੇ ਜਿਹੜੇ ਗੁਰੂ ਪਰਮੇਸ਼ਰ ਦਾ ਕੋਈ ਡਰ ਨਹੀਂ ਰੱਖਦੇ, ਕਹਿੰਦੇ ਅਸੀਂ ਮੰਨਦੇ ਹੀ ਨਹੀਂ ਰੱਬ ਨੂੰ, ਇਹੋ ਜਿਹੇ ਵੀ ਨਿਡਰੇ ਹੈਣ। ਉੱਦਾਂ ਕਹਿਣ ਕਹਾਣ ਨੂੰ ਤਾਂ ਆਉਂਦੇ ਆ ਗੁਰੂ ਘਰ, ਪਰ ਗੁਰੂ ਦਾ ਕੋਈ ਭੈ ਨਹੀਂ, ਕੋਈ ਡਰ ਨਹੀਂ, ਕੋਈ ਖੌਫ ਨਹੀਂ, ਆਪ ਹੁਦਰੀਆਂ ਕਰਦੀਆਂ। ਇਹੋ ਜਿਹੇ ਜਿਹੜੇ ਨਿਡਰੇ ਨੇ, ਮਹਾਰਾਜ ਜੀ ਕਹਿੰਦੇ ਆ ਡੁੱਬ ਮਰਦੇ ਆ, ਡੁੱਬ। ਬੂੜ ਦਾ ਮਤਲਬ ਹੁੰਦਾ ਡੁੱਬ ਕੇ ਮਰ ਜਾਂਦੇ ਆ, ਨਿਡਰ ਬੂੜ ਮਰੈ। ਜਿਹੜੇ ਨਿਡਰੇ ਨੇ ਨਾ, ਉਹ ਡੁੱਬ ਕੇ ਮਰਦੇ ਆ ਇਹ ਸੰਸਾਰ ਸਮੁੰਦਰ ਦੇ ਵਿੱਚ, ਗੋਤੇ ਖਾ ਖਾ ਕੇ ਮਰਦੇ ਆ, ਔਰ ਆਪਣੀ ਪੱਤ, ਆਪਣੀ ਇੱਜ਼ਤ ਗਵਾ ਲੈਂਦੇ ਆ। ਪੱਤ ਖੋਏ, ਉਹ ਆਪਣੀ ਪੱਤ, ਆਪਣੀ ਇੱਜ਼ਤ ਗਵਾ ਲੈਂਦੇ ਹਨ। ਡਰ ਮਹਿ ਘਰ ਘਰ ਮਹਿ ਡਰ ਜਾਣੈ। ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਦਾ ਡਰ ਰੱਖਿਆ, ਅਕਾਲ ਪੁਰਖ ਦਾ ਭੈ ਰੱਖਿਆ, ਡਰ ਮਹਿ ਘਰ, ਹਿਰਦੇ ਰੂਪੀ ਘਰ ਵਿੱਚ ਜਿਨ੍ਹਾਂ ਦੇ ਡਰ ਹੈ, ਘਰ ਮਹਿ ਡਰ ਜਾਣੈ। ਉਹਨਾਂ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਦਾ ਭੈ ਰੱਖ ਕੇ ਅਕਾਲ ਪੁਰਖ ਨੂੰ ਜਾਣਿਆ, ਪਰਮੇਸ਼ਰ ਦੀ ਵਡਿਆਈ ਨੂੰ ਜਾਣਿਆ। ਹਾਂਜੀ। ਤਖਤ ਨਿਵਾਸ ਸੱਚ ਮਨ ਭਾਣੈ। ਜਿਹੜਾ ਤਖਤ ਨਿਵਾਸ ਸੱਚ ਮਨ ਭਾਣੈ, ਪਰਮੇਸ਼ਰ ਦਾ ਭੈ ਆਪਣੇ ਹਿਰਦੇ 'ਚ ਰੱਖਦਾ ਹੈ, ਉਹ ਆਪਣੇ ਆਤਮਾ ਸਵਰੂਪ ਦੇ ਤਖਤ ਤੇ ਨਿਵਾਸ ਕਰਦਾ ਹੈ, ਔਰ ਉਹਦੇ ਮਨ ਨੂੰ ਸੱਚ ਭਾਉਂਦਾ, ਸੱਚ ਚੰਗਾ ਲੱਗਦਾ ਹੈ। 14
ਚੌਥੇ ਥਾਵਹਿ ਲਹਿ ਪਾਵੈ। ਚੌਦਸ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਚੌਥੇ ਪਦ ਵਿੱਚ ਆਪਣੀ ਸੁਰਤ ਨੂੰ ਟਿਕਾ ਕੇ ਰੱਖਦਾ ਹੈ। ਤੁਰਿਆ ਪਦ, ਚੌਥਾ ਪਦ, ਤਿੰਨਾਂ ਪਦਾਂ ਤੋਂ ਉੱਪਰ ਦੀ ਅਵਸਥਾ ਹੈ। ਜਾਗਰਤ, ਸਵਪਨ ਤੇ ਸੁਖੋਪਤੀ, ਇਹ ਤਿੰਨ ਅਵਸਥਾਵਾਂ ਨੇ ਜਿਨ੍ਹਾਂ 'ਚ ਸਾਰਾ ਸੰਸਾਰ ਵਰਤਦਾ ਹੈ। ਇਸ ਵੇਲੇ ਆਪਾਂ ਸਾਰੇ ਬੈਠੇ ਜਾਗ ਰਹੇ ਹਾਂ, ਪਲੰਗੇ ਤੇ ਪੈ ਗਏ, ਅੱਖਾਂ ਬੰਦ ਕੀਤੀਆਂ, ਸੁਪਨਾ ਆਇਆ, ਉਹ ਹੈ ਸੁਪਨਾ। ਗੂੜੀ ਨੀਂਦ 'ਚ ਚਲੇ ਗਏ, ਜਿੱਥੇ ਸੁਪਨਾ ਵੀ ਨਾ ਦਿਸੇ ਉਹਨੂੰ ਕਹਿੰਦੇ ਆ ਸੁਖੋਪਤੀ। ਕਦੇ ਸੁਖੋਪਤੀ 'ਚ ਆ ਗਏ, ਕਦੇ ਜਾਗ ਪਏ ਤੇ ਕਦੇ ਸੁਪਨੇ 'ਚ ਚਲੇ ਗਏ। ਇਹਨਾਂ ਤਿੰਨਾਂ 'ਚ ਹੀ ਫਿਰਦੇ ਹਾਂ ਅਸੀਂ। ਤੀਨ ਵਿਆਪ ਹੈ ਜਗਤ ਕੋ, ਇਹਨਾਂ ਤਿੰਨਾਂ ਦੇ ਵਿੱਚ ਹੀ ਸਾਰਾ ਜਗਤ ਹੈ। ਰੱਬ ਦੇ ਪਿਆਰੇ ਇਹਨਾਂ ਤਿੰਨਾਂ ਤੋਂ ਪਰੇ ਚੌਥੀ ਅਵਸਥਾ ਹੈ ਜਿਹਨੂੰ ਤੁਰਿਆ ਕਹਿੰਦੇ। ਤੁਰਿਆ ਪਾਵੈ ਕੋਈ, ਉਹਦੇ 'ਚ ਵਿਚਰਦੇ ਹੈ। ਉਹ ਜਾਗਰਤ ਵਿੱਚ, ਸੁਪਨ ਤੇ ਸੁਖੋਪਤੀ ਵਿੱਚ ਇਹ ਮਹਿਸੂਸ ਕਰਦੇ ਆ ਵੀ ਮੈਂ ਇਹਨਾਂ ਨੂੰ ਜਾਣਨੇ ਵਾਲਾ, ਇਹਨਾਂ ਦਾ ਸਾਖੀ ਆ। ਇਹਨਾਂ ਤਿੰਨਾਂ ਅਵਸਥਾਵਾਂ ਨੂੰ ਜਾਗਣੇ ਵਾਲਾ, ਇਹਨਾਂ ਦਾ ਸਾਖੀ ਆ, ਇਹਨਾਂ ਨੂੰ ਵੇਖਣ ਵਾਲਾ। ਉਹ ਇਹ ਅਵਸਥਾ 'ਚ ਵਿਚਰਦੇ ਆ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਚੌਦਸ ਦੁਆਰਾ ਕਿ ਉਹ ਚੌਥੇ ਪਦ ਵਿੱਚ, ਚੌਥੀ ਅਵਸਥਾ ਜਿਹਨੂੰ ਤੁਰਿਆ ਪਦ ਕਹਿੰਦੇ ਆ, ਉਹਦੇ ਵਿੱਚ ਆਪਣੀ ਸੁਰਤ ਨੂੰ ਟਿਕਾਉਂਦੇ ਆ। ਉਹਦੇ ਵਿੱਚ ਉਹ ਉਸ ਅਵਸਥਾ ਨੂੰ ਪ੍ਰਾਪਤ ਕਰਦੇ ਹਨ। ਰਾਜਸ ਤਾਮਸ ਸਤ ਕਾਲ ਸਮਾਵੈ। ਰਾਜੋ, ਤਮੋ ਤੇ ਸਤੋ ਗੁਣ, ਤਿੰਨ ਗੁਣ ਨੇ। ਰਾਜਸ, ਤਾਮਸ, ਸਤ, ਤਿੰਨ ਹੀ ਕਾਲ ਨੇ, ਭੂਤ, ਭਵਿੱਖ, ਵਰਤਮਾਨ। ਇਹਨਾਂ ਤਿੰਨਾਂ ਨੂੰ, ਤਿੰਨਾਂ ਗੁਣਾਂ ਨੂੰ, ਤਿੰਨਾਂ ਸਮਿਆਂ ਨੂੰ ਉਹ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਸਮਾਈ ਕਰ ਦਿੰਦੇ ਆ। ਯਾਨੀ ਕਿ ਉਹ ਇਹਨਾਂ ਤਿੰਨਾਂ ਗੁਣਾਂ ਤੋਂ ਔਰ ਤਿੰਨਾਂ ਕਾਲਾਂ ਤੋਂ ਵੀ ਅਤੀਤ ਹੋ ਜਾਂਦੇ ਆ। ਰੱਬ ਦੇ ਪਿਆਰੇ ਤਿੰਨਾਂ ਕਾਲਾਂ ਦੇ ਬੰਧਨ ਦੇ ਵਿੱਚ ਨਹੀਂ ਰਹਿੰਦੇ, ਤਿੰਨਾਂ ਗੁਣਾਂ ਦੇ ਬੰਧਨ 'ਚ ਨਹੀਂ ਰਹਿੰਦੇ। ਉਹ ਤਿੰਨਾਂ ਗੁਣਾਂ ਤੇ ਤਿੰਨਾਂ ਕਾਲਾਂ ਤੋਂ ਵੀ ਪਰੇ ਹੋ ਜਾਂਦੇ ਹਨ। ਸਸਿਅਰ ਕੈ ਘਰ ਸੂਰ ਸਮਾਵੈ। ਸਸਿਅਰ ਕਹਿੰਦੇ ਆ ਚੰਦਰਮਾ ਨੂੰ, ਕਹਿੰਦੇ ਚੰਦਰਮਾ ਦੇ ਘਰ ਵਿੱਚ ਸੂਰਜ ਸਮਾ ਗਿਆ। ਹੁਣ ਕੋਈ ਆਖੇ ਵੀ ਚੰਦਰਮਾ ਛੋਟਾ, ਸੂਰਜ ਵੱਡਾ, ਚੰਦਰਮਾ ਦੇ ਘਰ 'ਚ ਸੂਰਜ ਕਿਵੇਂ ਵਸੇਗਾ ਬਈ? ਛੋਟੀ ਥਾਂ ਤੇ ਵੱਡੀ ਥਾਂ, ਵੱਡੀ ਜਗ੍ਹਾ, ਵੱਡੀ ਵਸਤੂ ਕਿਵੇਂ ਟਿਕੇਗੀ? ਇਹ ਨਹੀਂ ਨਾ ਹੁੰਦਾ। ਸਾਧਕ ਕਹਿੰਦੇ ਐ ਸਾਧਨਾ ਕਰਦਿਆਂ ਕਰਦਿਆਂ ਜਦੋਂ ਚੰਦਰਮਾ ਦੀ ਨਾੜੀ ਸਾਡੇ ਸਰੀਰ 'ਚ ਪ੍ਰਫੁੱਲਤ ਹੁੰਦੀ ਹੈ ਤਾਂ ਕੰਗਰੋੜ ਦੇ ਵਿੱਚ ਮਿੱਝ ਜੰਮ ਜਾਂਦੀ ਹੈ। ਜਦੋਂ ਮਿੱਝ ਜੰਮ ਜਾਂਦੀ ਹੈ ਉਹਨੂੰ ਪਿਘਲਾਉਣ ਵਾਸਤੇ ਸਾਧਕ ਸੂਰਿਆ ਦੀ ਨਾੜੀ ਨੂੰ ਆਪਣੇ ਹਿਰਦੇ ਵਿੱਚ ਪ੍ਰਜਵਲਿਤ ਕਰਦੇ ਹੈ। ਤੇ ਸੂਰਜ ਦੀ ਨਾੜੀ ਜਦੋਂ ਪ੍ਰਜਵਲਿਤ ਹੁੰਦੀ ਹੈ ਤੇ ਜੰਮੀ ਹੋਈ ਉਹ ਮਿੱਝ ਪਿੰਗਲਦੀ ਹੈ ਤੇ ਸੁਰਤ ਉੱਪਰ ਨੂੰ ਉੱਠਦੀ ਹੈ। ਇਹਨੂੰ ਕਹਿੰਦੇ ਆ ਸਸਿਅਰ ਕਹਿ ਘਰ ਸੂਰ ਸਮਾਵੈ। ਦੂਸਰਾ ਅਰਥ ਸਸਿਅਰ ਹਨੇਰਾ ਹੈ ਜਿਸ ਦਾ ਘਰ, ਸਸਿਅਰ ਜਿਸ ਦਾ ਘਰ ਹੈ ਹਨੇਰਾ। ਚੰਦਰਮਾ ਦਾ ਘਰ ਕਿਹੜਾ? ਸਸਿਅਰ ਚੰਦਰਮਾ ਦਾ ਘਰ ਕਿਹੜਾ? ਹਨੇਰਾ, ਆਕਾਸ਼। ਜਿੱਥੇ ਹਨੇਰਾ ਹੀ ਹਨੇਰਾ ਉਹਦੇ ਵਿੱਚ ਚੰਦਰਮਾ ਰਹਿੰਦਾ ਨਾ, ਤੇ ਚੰਦਰਮਾ ਦਾ ਘਰ ਹੋ ਗਿਆ ਹਨੇਰਾ। ਉਹ ਜਿਹੜਾ ਹਨੇਰਾ ਹੈ ਉਹ ਹੈ ਅਵਿਦਿਆ, ਅਗਿਆਨਤਾ। ਅਗਿਆਨਤਾ ਦਾ ਜਿਹੜਾ ਉਹ ਹਨੇਰਾ ਹੈ ਜੀਵ ਦੇ ਹਿਰਦੇ 'ਚ ਸੂਰ ਸਮਾਵੈ। ਉਹਦੇ ਅੰਦਰ ਜਦੋਂ ਗਿਆਨ ਦਾ ਸੂਰਜ ਚੜ੍ਹਦਾ ਤਾਂ ਗਿਆਨ ਦੇ ਸੂਰਜ ਦੇ ਨਾਲ ਉਹ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ, ਅਗਿਆਨਤਾ ਦੇ ਹਨੇਰੇ ਦੀ ਨਿਰਵਿਰਤੀ ਹੋ ਜਾਂਦੀ ਹੈ। ਉਹਨੂੰ ਕਹਿੰਦੇ ਆ ਸਸਿਅਰ ਕਹਿ ਘਰ ਸੂਰ ਸਮਾਵੈ। ਅਗਿਆਨਤਾ ਦੇ ਹਨੇਰੇ ਦੀ ਨਿਰਵਿਰਤੀ ਗਿਆਨ ਦੇ ਸੂਰਜ ਨਾਲ ਹੋ ਜਾਂਦੀ ਹੈ। ਜਦੋਂ ਗਿਆਨ ਦਾ ਸੂਰਜ ਉਦੇ ਹੋ ਜਾਏ ਫਿਰ ਉਹ ਅਗਿਆਨਤਾ ਤੇ ਅਵਿਦਿਆ ਦਾ ਹਨੇਰਾ ਸਮਾ ਜਾਂਦਾ ਹੈ, ਯਾਨੀ ਕਿ ਸਿਮਟ ਜਾਂਦਾ, ਖਤਮ ਹੋ ਜਾਂਦਾ ਹੈ। ਜੋਗ ਜੁਗਤ ਕੀ
ਕੀਮਤ ਪਾਵੈ। ਜੋਗ ਦੁਆਰਾ ਉਸ ਪ੍ਰਮਾਤਮਾ ਨਾਲ ਜੁੜਨ ਦੀ ਜਿਹੜੀ ਜੁਗਤ ਹੈ, ਇਹਦੀ ਫਿਰ ਉਹਨੂੰ ਕੀਮਤ ਦਾ ਪਤਾ ਲੱਗ ਜਾਂਦਾ ਹੈ, ਇਹਦੀ ਅਹਿਮੀਅਤ ਦਾ ਪਤਾ ਲੱਗ ਜਾਂਦਾ ਹੈ। 14 ਭਵਨ ਪਾਤਾਲ ਸਮਾਏ। 14 ਦੁਆਰਾ ਉਪਦੇਸ਼ ਦਿੰਦੇ ਆ, ਕਹਿੰਦੇ ਵੀ ਭਾਈ 14 ਹੀ ਭਵਨ ਨੇ, ਪਤਾਲ ਨੇ, ਉਹ ਅਕਾਲ ਪੁਰਖ ਪਰਮੇਸ਼ਰ ਸਾਰਿਆਂ 'ਚ ਸਮਾਇਆ ਹੋਇਆ, ਸਰਬ ਥਾਈਂ ਉਹ ਰਹਿੰਦਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਿਓ। ਸਰਬ ਥਾਈਂ ਬਸਦਾ, ਸਰਬ ਥਾਈਂ ਰਹਿੰਦਾ ਹੈ। ਖੰਡ ਬ੍ਰਹਮੰਡ ਰਹਿਆ ਲਿਵ ਲਾਏ। ਖੰਡਾਂ ਵਿੱਚ, ਬ੍ਰਹਮੰਡਾਂ ਵਿੱਚ ਉਹ ਅਕਾਲ ਪੁਰਖ ਰਹਿੰਦਾ। ਗੁਰਮੁਖ ਉਹਦੇ ਨਾਲ ਆਪਣੀ ਲਿਵ ਲਾ ਕੇ ਰੱਖਦੇ ਆ। ਜਿਹੜਾ ਖੰਡਾਂ ਬ੍ਰਹਮੰਡਾਂ ਸਾਰਿਆਂ ਵਿੱਚ ਵਸਦਾ ਹੈ, ਰੱਬ ਦੇ ਪਿਆਰੇ ਉਹਦੇ ਨਾਲ ਆਪਣੀ ਲਿਵ ਜੋੜ ਕੇ ਰੱਖਦੇ ਹਨ। ਅਮਾਵਸਿਆ ਚੰਦ ਗੁਪਤ ਗਹਿਣਾਰ। ਕਹਿੰਦੇ ਅਮੱਸਿਆ, ਅਮਾਵਸ ਦੀ ਰਾਤ ਚੰਦਰਮਾ ਲੁਕ ਜਾਂਦਾ ਹੈ। ਲੁਕ ਜਾਂਦਾ ਹੈ, ਇਹਦਾ ਮਤਲਬ ਇਹ ਨਹੀਂ ਵੀ ਖਤਮ ਹੋ ਜਾਂਦਾ ਹੈ, ਹੁੰਦਾ ਹੈ, ਪਰ ਅਮੱਸਿਆ 'ਚ ਨਜ਼ਰ ਨਹੀਂ ਆਉਂਦਾ। ਅਮਾਵਸ ਦੀ ਰਾਤ ਨੂੰ ਚੰਦਰਮਾ ਦਿਸਦਾ ਨਹੀਂ ਹੈ। ਦਿਸਦਾ ਨਹੀਂ ਇਹਦਾ ਮਤਲਬ ਇਹ ਨਹੀਂ ਵੀ ਹੈ ਨਹੀਂ, ਹੁੰਦਾ ਹੈ, ਪਰ ਧਰਤੀ ਦੀ ਡਾਇਰੈਕਸ਼ਨ ਇਹੋ ਜਿਹੀ ਜਗ੍ਹਾ ਤੇ ਚਲੀ ਜਾਂਦੀ ਹੈ ਵੀ ਉਹ ਦਿਸਦਾ ਨਹੀਂ। ਇਉਂ ਕਹਿੰਦੇ ਜਿਵੇਂ ਮੱਸਿਆ ਨੂੰ ਚੰਦ ਗੁਪਤ ਹੋ ਜਾਂਦਾ ਨਾ, ਸੱਜਣਾ ਤੇਰੇ ਅੰਦਰ ਪਈ ਹੋਈ ਹੈ ਅਗਿਆਨਤਾ ਦੀ ਮੱਸਿਆ ਦੀ ਹਨੇਰੀ ਰਾਤ। ਰੱਬ ਚੰਨ ਬਣ ਕੇ ਤੇਰੇ ਅੰਦਰ ਲੁਕਿਆ ਬੈਠਾ, ਗੁਪਤ ਗਹਿਣਾਰ। ਗਹਿਣਾਰ ਕਹਿੰਦੇ ਨੇ ਆਕਾਸ਼ ਨੂੰ। ਤੇਰੇ ਹਿਰਦੇ ਰੂਪੀ ਆਕਾਸ਼ ਵਿੱਚ ਉਹ ਰੱਬ ਚੰਨ ਬਣ ਕੇ ਲੁਕਿਆ ਬੈਠਾ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਹੈ ਨਹੀਂ, ਅੰਦਰ ਲੁਕਿਆ ਹੋਇਆ। ਤੇਰੇ ਅੰਦਰ ਵਸਦਾ ਰੱਬ ਚੰਨ ਬਣ ਕੇ। ਤੇਰੇ ਅੰਦਰ ਮੱਸਿਆ ਦੀ ਰਾਤ ਹੈ ਨਾ, ਜੇ ਕਿਤੇ ਪੁੰਨਿਆਂ ਦੀ ਹੁੰਦੀ ਤੇ ਵੇਖ ਲੈਂਦਾ। ਅਗਿਆਨਤਾ ਹੋਣ ਕਰਕੇ ਉਹ ਵਸਦਾ ਹੋਇਆ ਰੱਬ ਚੰਨ ਵਾਂਗੂ ਤੇਰੇ ਅੰਦਰ ਗੁਪਤ ਹੈ। ਬੁੱਝੋ ਗਿਆਨੀ ਸ਼ਬਦ ਵਿਚਾਰ। ਇਹ ਗਿਆਨੀ ਇਸ ਗੱਲ ਨੂੰ ਬੁੱਝ, ਸ਼ਬਦ ਦੀ ਵਿਚਾਰ ਕਰਕੇ ਜਾਣ ਕਿ ਉਹ ਰੱਬ ਰੂਪੀ ਚੰਨ ਤੇਰੇ ਅੰਦਰ ਗੁਪਤ ਵਸਦਾ। ਉਹਨੂੰ ਪ੍ਰਗਟ ਕਰਨ ਦੀ ਵਿਚਾਰ ਕਰ, ਉਹ ਤੇਰੇ ਅੰਦਰ ਵਸਦਾ। ਤੂੰ ਆਪਣੇ ਆਪ ਨੂੰ ਉਸ ਜਗ੍ਹਾ ਤੇ ਲੈ ਕੇ ਚੱਲ ਜਿੱਥੇ ਉਹ ਵਸਦਾ ਹੈ। ਵਸਦਾ ਹੈ ਅੰਦਰ, ਪਰ ਇਹਦਾ ਮਤਲਬ ਇਹ ਨਹੀਂ ਵੀ ਹੈ ਹੀ ਨਹੀਂ, ਹੈ। ਪਰ ਤੂੰ ਇਸ ਗੱਲ ਨੂੰ ਸ਼ਬਦ ਦੀ ਵਿਚਾਰ ਨਾਲ ਬੁੱਝਣ ਦਾ ਯਤਨ ਕਰ। ਬੁੱਝ ਕਿ ਉਹ ਤੇਰੇ ਅੰਦਰ ਹੀ ਵਸਦਾ ਹੈ। ਸਸਿਅਰ ਗਗਨ ਜੋਤ ਤਿਹੁ ਲੋਏ। ਪਾਤਸ਼ਾਹ ਕਹਿੰਦੇ ਜਿਹੜੇ ਆਕਾਸ਼ ਵਿੱਚ ਚਮਕਣ ਵਾਲਾ ਚੰਨ ਹੈ, ਸੂਰਜ ਹੈ, ਇਹਨਾਂ ਸਾਰਿਆਂ ਵਿੱਚ ਪਰਮਾਤਮਾ ਦੀ ਤਿਹੁ ਲੋਈ ਦਾ ਮਤਲਬ ਹੁੰਦਾ ਤਿੰਨਾਂ ਲੋਕਾਂ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਦੀ ਜੋਤ ਵਸ ਰਹੀ ਹੈ। ਜਿਵੇਂ ਆਕਾਸ਼ ਵਿੱਚ ਚੰਨ ਦੀ ਚਾਨਣੀ ਹੈ ਨਾ, ਆਕਾਸ਼ ਵਿੱਚ ਸਸਿਅਰ ਗਗਨ, ਆਕਾਸ਼ ਵਿੱਚ ਜਿਵੇਂ ਚੰਨ ਦੀ ਚਾਨਣੀ ਵਸਦੀ ਹੈ, ਏਦਾਂ ਪਰਮਾਤਮਾ ਦੀ ਜੋਤ ਤਿੰਨਾਂ ਲੋਕਾਂ ਵਿੱਚ ਵਸਦੀ ਹੈ। ਕਰ ਕਰ ਵੇਖੈ ਕਰਤਾ ਸੋਈ। ਪਰਮੇਸ਼ਰ ਕਰ ਕਰਕੇ ਵੇਖਦਾ, ਕਿਉਂਕਿ ਸਾਰੇ ਜਗਤ ਦਾ ਕਰਤਾ ਹੈ। ਕਰਤਾ ਹੈ, ਇਸ ਕਰਕੇ ਕਰ ਕਰਕੇ ਵੇਖਦਾ। ਗੁਰ ਤੇ ਦਿਸੈ ਸੋ ਤਿਸ ਹੀ ਮਾਹੇ। ਇਹ ਭਾਈ ਜਿਹੜਾ ਗੁਰੂ ਦੀ ਕਿਰਪਾ ਨਾਲ ਉਸ ਨੂੰ ਵੇਖਦਾ, ਉਹ ਫਿਰ ਉਸੇ 'ਚ ਹੀ ਅਭੇਦ ਹੋ ਜਾਂਦਾ। ਇਹੀ ਤਾਂ ਖੇਡ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿ ਜਿਹਨੇ ਪਰਮੇਸ਼ਰ ਨੂੰ ਵੇਖਿਆ ਉਹ ਪਰਮੇਸ਼ਰ ਦੇ ਵਿੱਚ ਹੀ ਜਾ ਕੇ ਮਿਲ ਗਿਆ। ਪਰਤ ਕੇ ਉਹਨੇ ਆ ਕੇ ਦੱਸਿਆ ਹੀ ਨਹੀਂ ਰੱਬ ਕਿਹੋ ਜਿਹਾ। ਲੂਣ ਦੀ ਪੁਤਲੀ ਸਮੁੰਦਰ ਦੇ ਕਿਨਾਰੇ ਖੜੀ ਕਹਿੰਦੀ ਆ, ਮੈਂ ਚੱਲੀ ਆ ਸਮੁੰਦਰ ਵੇਖਣ, ਆ ਕੇ ਦੱਸਣੀ ਆ ਸਮੁੰਦਰ ਕਿੰਨਾ ਕੁ ਡੂੰਘਾ ਹੈ। ਜਦੋਂ ਗਈ ਸਮੁੰਦਰ ਵਿੱਚ ਮਿਲ ਕੇ ਖੁਰ ਕੇ ਸਮੁੰਦਰ ਦਾ ਰੂਪ ਹੋ ਗਈ, ਪਲਟ ਕੇ ਆ ਕੇ ਕਿਸੇ ਨੇ ਦੱਸਿਆ ਹੀ ਨਹੀਂ ਵੀ ਸਮੁੰਦਰ ਕਿੰਨਾ ਕੁ ਡੂੰਘਾ ਸੀ। ਵਾਹਿਗੁਰੂ। ਜਿਨ੍ਹਾਂ ਰੱਬ ਨੂੰ ਵੇਖਿਆ ਉਹ ਰੱਬ ਵਿੱਚ ਹੀ ਮਿਲ ਕੇ ਰੱਬ ਦਾ ਰੂਪ ਹੋ ਗਏ, ਪਲਟ ਕੇ ਨਹੀਂ ਦੱਸ ਸਕੇ, ਗੂੰਗੇ ਬਣ ਗਏ। ਉਹਨੇ ਆਖਿਆ ਕਿਵੇਂ ਦੱਸੀਏ, ਤਾਂ ਗੂੰਗਾ ਗੁੜ ਖਾਵੇ, ਉਹੀ ਕਿਵੇਂ ਬਿਆਨ ਕਰਕੇ ਦੱਸੇ। ਜਿਹੜਾ ਛਕੇਗਾ ਉਹੀ ਮਾਣੇਗਾ।
ਇਸ ਕਰਕੇ ਇੱਥੇ ਕਹਿੰਦੇ ਜਿਨ੍ਹਾਂ ਨੇ ਵੇਖਿਆ ਉਸ ਪਰਮੇਸ਼ਰ ਨੂੰ ਸੋ ਤਿਸ ਹੀ ਮਾਹੇ, ਉਹਨੂੰ ਵੇਖ ਕੇ ਉਹਦੇ ਵਿੱਚ ਹੀ ਜਾ ਮਿਲੇ, ਉਹਦੇ ਵਿੱਚ ਹੀ ਜਾ ਕੇ ਅਭੇਦ ਹੋ ਗਏ। ਮਨ ਮੁਖ ਭੁੱਲੇ ਆਵਹਿ ਜਾਹੇ, ਜਿਹੜੇ ਮਨਮੁਖ ਨੇ ਉਹ ਭੁੱਲੇ ਹੋਏ ਨੇ ਰੱਬ ਨੂੰ, ਉਹ ਆਉਂਦੇ ਜਾਂਦੇ ਰਹਿੰਦੇ ਆ, ਜੰਮਦੇ ਮਰਦੇ ਰਹਿੰਦੇ ਆ, ਜਨਮ ਮਰਨ ਦੇ ਚੱਕਰਾਂ 'ਚ ਭਟਕਦੇ ਰਹਿੰਦੇ ਆ। ਜਿਹੜੇ ਮਨਮੁਖ ਨੇ ਉਹ ਇਸ ਸੰਸਾਰ ਦੇ ਵਿੱਚ ਬਾਰੰਬਾਰ ਆਮਦੇ ਜਾਮਦੇ ਹਨ। ਘਰ ਦਰ ਥਾਪ ਥਿਰ ਥਾਨ ਸੁਹਾਵੈ, ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਆਪਣੇ ਮਨ ਨੂੰ ਥਾਪ ਕਹੀਏ ਟਿਕਾ ਲਿਆ, ਮਨ ਟਿਕ ਗਿਆ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ, ਉਹਨਾਂ ਦਾ ਹਿਰਦਾ ਰੂਪੀ ਘਰ ਥਾਨ ਸੁਹਾਵਣਾ ਹੋ ਗਿਆ, ਸ਼ੋਭਨੀਕ ਹੋ ਗਿਆ, ਉੱਥੇ ਸ਼ੁਭ ਗੁਣ ਆ ਕੇ ਵਸਣ ਲੱਗ ਪਏ। ਆਪ ਪਛਾਣੈ ਜਾ ਸਤਿਗੁਰ ਪਾਵੈ, ਜਿਹਨੂੰ ਸਤਿਗੁਰੂ ਜੀ ਮਿਲਣ ਉਹੀ ਆਪਣੇ ਆਪ ਨੂੰ ਪਛਾਣਦਾ, ਬਿਨਾਂ ਗੁਰੂ ਤੋਂ ਆਪਣੇ ਆਪੇ ਦੀ ਪਛਾਣ ਨਹੀਂ ਹੁੰਦੀ। ਗੁਰੂ ਬਿਨਾਂ ਆਪਣੇ ਆਪੇ ਦੀ ਪਹਿਚਾਣ ਨਹੀਂ ਹੁੰਦੀ। ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਐ, ਉਹੀ ਆਪਣੇ ਆਪ ਨੂੰ ਪਛਾਣਦੇ ਹਨ। ਆਪ ਪਛਾਣ ਹੈ ਜਾਂ ਸਤਿਗੁਰ, ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲਣ, ਜਿਨ੍ਹਾਂ ਨੂੰ ਸਤਿਗੁਰੂ ਜੀ ਪ੍ਰਾਪਤ ਹੋਣ, ਉਹੀ ਆਪਣੇ ਆਪ ਨੂੰ ਪਛਾਣਦੇ ਹਨ। ਜਹ ਆਸਾ ਤਹ ਬਿਨਸ ਬਿਨਾਸਾ, ਜਿਸ ਹਿਰਦੇ ਵਿੱਚ ਮਨ 'ਚ ਪਹਿਲਾਂ ਆਸਾਂ ਸਨ, ਉਹ ਆਸਾਂ ਬਿਨਸ ਗਈਆਂ ਨੇ, ਤੇ ਬਿਨਸ ਕੇ ਹੁਣ ਉਹ ਮਨ ਆਸਾ ਤੋਂ ਬਿਨ ਆਸਾ ਹੋ ਗਿਆ, ਆਸਾ ਤੋਂ ਬਿਨਾ ਹੋ ਗਿਆ। ਬਿਨਸ ਬਿਨ ਆਸਾ, ਬਿਨ ਆਸਾ, ਇਹਨੂੰ ਸੰਧੀ ਨਿਸ਼ੇਧ ਕਰਕੇ ਅਰਥ ਕਰਾਂਗੇ। ਬਿਨ ਆਸਾ, ਹੁਣ ਆਸਾ ਤੋਂ ਬਿਨਾ ਹੋ ਗਿਆ ਮਨ। ਗੁਰਮੁਖਾਂ ਦੇ ਮਨਾਂ 'ਚ ਕੋਈ ਆਸ ਨਹੀਂ ਰਹੀ, ਉਹਨਾਂ ਸਾਰੀਆਂ ਆਸਾਂ ਆਪਣੇ ਹਿਰਦੇ 'ਚ ਨਿਵਾਰ ਦਿੱਤੀਆਂ। ਉਹਨਾਂ ਆਖਿਆ ਆਸਾ ਵਿੱਚ ਦੁੱਖ ਮਿਲਦੇ ਹਨ, ਆਸਾ 'ਚ ਬੇਅੰਤ ਪ੍ਰਕਾਰ ਦੇ ਦੁੱਖ ਵਿਆਪਦੇ ਹਨ। ਉਹਨਾਂ ਆਪਣੇ ਹਿਰਦੇ ਦੀਆਂ ਸਾਰੀਆਂ ਹੀ ਆਸਾਂ ਖਤਮ ਕਰ ਦਿੱਤੀਆਂ ਹਨ। ਫੂਟੈ ਖੱਪਰ ਦੁਬਦਾ ਮਨਸਾ, ਉਹਨਾਂ ਦੀ ਬੁੱਧੀ ਰੂਪੀ ਖੱਪਰ ਟੁੱਟ ਗਿਆ, ਜਿਹਦੇ ਵਿੱਚ ਦੁਬਦਾ ਵਸਦੀ ਸੀ, ਜਿਹਦੇ 'ਚ ਮਨਸਾ ਵਸਦੀ ਸੀ। ਉਹ ਦੁਬਦਾ ਦਵੈਸ਼ ਵਾਲੀ ਜਿਹੜੀ ਮਨਸਾ ਵਾਲੀ ਬਿਰਤੀ ਸੀ, ਉਹ ਵੀ ਉਹਨਾਂ ਦੇ ਹਿਰਦੇ 'ਚ ਫੁੱਟ ਗਈ ਹੈ, ਖਤਮ ਹੋ ਗਈ ਹੈ। ਮਮਤਾ ਜਾਲ ਤੇ ਰਹਿ ਉਦਾਸਾ, ਉਹ ਮਮਤਾ ਰੂਪੀ ਔਰ ਜਾਲਾਂ ਜੰਜਾਲਾਂ ਤੋਂ ਉਦਾਸ ਹੋ ਕੇ ਰਹਿੰਦੇ ਐ। ਸੰਸਾਰ ਵਿੱਚੋਂ ਪਰਾਮ ਹੋ ਕੇ ਵਿਰਾਗਮਈ ਬਿਰਤੀ ਧਾਰਨ ਕਰਕੇ ਵਰਤਦੇ ਹਨ। ਪ੍ਰਾਣਵਤ ਨਾਨਕ ਹਮ ਤਾਕੇ ਦਾਸਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਜਿਹੜੇ ਇਹੋ ਜੀ ਬਿਰਤੀ ਵਾਲੇ ਮਹਾਂਪੁਰਸ਼ ਨੇ, ਜਿਨ੍ਹਾਂ ਅੰਦਰ ਐਸੀ ਅਵਸਥਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਉਹਨਾਂ ਦੇ ਦਾਸਾਂ ਦਾ ਵੀ ਦਾਸ ਹਾਂ, ਸੇਵਕ ਹਾਂ, ਜਿਹੜੇ ਰੱਬ ਦੇ ਪਿਆਰੇ ਹਨ। ਇਹ ਥਿੱਤੀ ਬਾਣੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ, ਜੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਵਿਚਾਰੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।